ਦਰਸ਼ਕੋ ਅੱਜ ਤੁਹਾਨੂੰ ਲੈ ਕੇ ਆਏ ਆ ਸਰਹੱਦੀ ਤਹਿਸੀਲ ਇਨਾਲਾ ਦੇ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਵਿੱਚ। ਤੇ ਅੱਜ ਦਾ ਦਿਨ ਜਿਹੜਾ ਬੜਾ ਕਰਮਾਂ ਵਾਲਾ, ਜਿੱਥੇ ਉਹਨਾਂ ਨੇ ਆਪਣੇ ਬੂਟੇ ਲਾਉਣ ਦਾ ਆਪਣੇ ਸਿੰਘ ਸਾਹਿਬ ਉਹਨਾਂ ਨੇ ਆਪਣੇ ਸੇਵਾਦਾਰ ਭੇਜੇ ਆ ਤੇ ਉਹ ਇੱਥੇ ਬੂਟੇ ਲਗਾਉਣ ਵਾਸਤੇ ਇੱਥੇ ਆਰੰਭ ਕੀਤੀ ਹੈ। सतगुरु श्री गुरु तेग बहादुर साहब महाराज जी के चरण छो प्राप्त धरती है गुरु का बाग, उत्थे अज शुरुआत की है। मैं समझदा बहुत वड्डा उपराला है। ਅੱਜ ਦੇ ਪੜਾਅ ਦੇ ਵਿੱਚ ਇਹ 1000 ਬੂਟਾ ਜਿਹੜਾ ਅੱਜ ਲੱਗ ਰਿਹਾ, 500 ਜਿਹੜਾ ਬੈਲੈਂਸ ਉਹ ਫਰਵਰੀ ਦੇ ਵਿੱਚ ਲਾ ਕੇ ਇਹ 1 ਏਕੜ ਦੇ ਵਿੱਚ 1500 ਬੂਟਾ ਜਿਹੜਾ ਲਾਇਆ ਜਾਊਗਾ। ਉਹਦੇ ਵਿੱਚ 50 ਕਿਸਮਾਂ ਨੇ। ਸਤਿ ਸ਼੍ਰੀ ਅਕਾਲ ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ। ਦਰਸ਼ਕੋ ਅੱਜ ਤੁਹਾਨੂੰ ਲੈ ਕੇ ਆਏ ਆ ਸਰਹੱਦੀ ਤਹਿਸੀਲ ਇਨਾਲਾ ਦੇ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਵਿੱਚ, ਜਿੱਥੇ ਕਿ ਤੁਸੀਂ ਜਾਣਦੇ ਹੋ ਕਿ ਇਹ ਗੁਰਦੁਆਰਾ ਸਾਹਿਬ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਅਤੇ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਜਗ੍ਹਾ ਆ, ਜਿੱਥੇ ਕਿ ਗੁਰੂ ਕਾ ਬਾਗ ਸਾਹਿਬ ਦੇ ਨਾਲ ਨਾਲ ਇਸ ਗੁਰਦੁਆਰਾ ਸਾਹਿਬ ਨੂੰ ਜਾਣਿਆ ਜਾਂਦਾ ਆ। ਉਸ ਦੇ ਲੜੀ ਦੇ ਚੱਲਦਿਆਂ ਹੀ ਅੱਜ ਖਡੂਰ ਸਾਹਿਬ ਦੇ ਜਿਹੜੇ ਮੁੱਖ ਸੇਵਾਦਾਰ ਬਾਬਾ ਜੀ ਹੈਗੇ ਨੇ ਸੇਵਾ ਸਿੰਘ ਜੀ, ਉਹਨਾਂ ਵੱਲੋਂ ਅੱਜ ਜਿਹੜਾ ਵਾ ਇੱਕ 67ਵਾਂ ਜੰਗਲ ਜਿਹੜਾ ਲਾਉਣ ਦਾ ਜੋ ਉਪਰਾਲਾ ਕੀਤਾ ਗਿਆ ਵਾ, ਉਹ ਗੁਰੂ ਕਾ ਬਾਗ ਚੁਣਿਆ ਗਿਆ ਵਾ। ਅਤੇ ਉਸ ਸੰਬੰਧ ਦੇ ਵਿੱਚ ਹੀ ਸਾਰੇ SGPC ਮੈਂਬਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਵੱਡੇ ਪੱਧਰ ਤੇ ਆਣ ਕੇ ਇਸ ਚੀਜ਼ ਨੂੰ ਜਿਹੜਾ ਵਾ ਉਹ ਬਾਬਾ ਜੀ ਦਾ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਦਾ ਸਹਿਯੋਗ ਦਿੱਤਾ ਜਾ ਰਿਹਾ। ਨਾਲ ਹੀ ਸਾਡੇ ਨਾਲ ਇੱਥੇ ਸਾਰੇ SGPC ਕਮੇਟੀ ਮੈਂਬਰ ਜਿਹੜੇ ਸਾਡੇ ਨਾਲ ਸ਼ਾਮਲ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਭਾਈ ਅਮਰੀਕ ਸਿੰਘ ਜੀ ਬਸ਼ੋਆ ਜੀ ਹੈਗੇ ਨੇ, ਅਸੀਂ ਉਹਨਾਂ ਗੱਲ ਕਰਾਂਗੇ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਬਾਬਾ ਜੀ ਵੱਲੋਂ ਇੱਕ ਬੜਾ ਵਧੀਆ ਉਪਰਾਲਾ ਕੀਤਾ ਗਿਆ, 67ਵਾਂ ਜੰਗਲ ਲਾਉਣ ਦਾ ਜਿਹੜਾ ਉਪਰਾਲਾ ਜਿਹੜਾ ਸਾਡੇ ਅਜਨਾਲਾ ਤਹਿਸੀਲ ਨੂੰ ਜਿਹੜਾ ਮਿਲਿਆ ਵਾ? ਖੁਸ਼ੀ ਦੀ ਗੱਲ ਤਾਂ ਇਹ ਹੈ ਵੀ ਗੁਰੂ ਕਾ ਬਾਗ ਜਿਹੜਾ ਹੈ ਗੁਰਦੁਆਰਾ ਤੇ ਇਹਦਾ ਇਤਿਹਾਸ ਹੀ ਗੁਰੂ ਕਾ ਬਾਗ ਨਾਲ ਰੱਖਿਆ, ਕਿਉਂਕਿ ਸਾਡੇ ਦੋ ਗੁਰੂ ਸਾਹਿਬਾਨਾਂ ਨੇ ਇੱਥੇ ਉਹਨਾਂ ਦੇ ਇਹ ਸ਼ੋਅ ਇੱਥੇ ਹੋਈ ਹੈ, ਆਪਣੇ ਉਹਨਾਂ ਚਰਨ ਛੋਹ ਹੋਈ ਹੈ। ਅਤੇ ਉਹਨਾਂ ਨੇ ਗੁਰੂ ਕਾ ਬਾਗ ਉਹਨਾਂ ਵਰ ਦਿੱਤਾ ਸੀ। ਪਹਿਲਾਂ ਇਸ ਰੋਡ ਸੀ ਹੁੰਦੀ, ਉਹਨਾਂ ਕਿਹਾ ਜਿਹੜਾ ਕਹੂਗਾ ਗੁਰੂ ਕਾ ਬਾਗ ਉਹਨੂੰ ਲੱਗਣੇ ਦੂਣੇ ਭਾਗ, ਜਿਹੜਾ ਕਹੂਗਾ ਗੁਰੂ ਕੀ ਰੋਡ ਉਹਦੇ ਹੋਣਗੇ ਝੁਗਾ ਚੌੜ। ਇਹ ਉਹਨਾਂ ਵਰ ਦਿੱਤਾ। ਇਸ ਵਾਸਤੇ ਬਹੁਤ ਪੁਰਾਣੇ ਬੂਟੇ ਹੋਣ ਦੇ ਕਰਕੇ ਇੱਥੇ ਲੋੜ ਸੀ ਬੜੀ ਵਧੀਆ ਇੱਥੇ ਬਾਗ ਨੂੰ ਲਾਉਣ ਦੀ। ਬਾਬਾ ਸੇਵਾ ਸਿੰਘ ਜੀ ਨੇ, ਜਿਨ੍ਹਾਂ ਨੇ ਸਾਰੇ ਮੈਂ ਸਮਝਦਾ ਪੰਜਾਬ ਦੇ ਵਿੱਚ ਸਾਰੇ ਗੁਰਦੁਆਰਿਆਂ ਨੂੰ ਜਿਹੜੇ ਮੇਨ ਰਸਤੇ ਜਾਂਦੇ ਆ, ਖਡੂਰ ਸਾਹਿਬ ਵੱਲ ਖਾਸ ਕਰਕੇ ਉਹਨਾਂ ਨੇ ਧਿਆਨ ਦਿੱਤਾ ਸੀਗਾ। ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਉਹਨਾਂ ਨੇ ਬੜੀ ਸੇਵਾ ਕੀਤੀ, ਬਹੁਤ ਸਾਰੀ ਥਾਂ 'ਤੇ ਬੂਟੇ ਲਾਏ। ਜਿਹੜੇ ਲਾਏ ਨਹੀਂ ਉਹਨਾਂ ਦੀ ਸੰਭਾਲ ਵੀ ਕੀਤੀ। ਇਸ ਤਰ੍ਹਾਂ ਇੱਥੇ ਲੋੜ ਸੀ ਗੁਰੂ ਕੇ ਬਾਗ ਸਾਰੀ ਸੇਵਾ ਉਹਨਾਂ ਦੇ ਸਾਡੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਨਤੀ ਨੂੰ ਮੰਨ ਕੇ ਉਹਨਾਂ ਨੇ ਗੁਰੂ ਕੇ ਬਾਗ ਦੇ ਵਿੱਚ ਵੀ ਆਪਣਾ ਬੜਾ ਯੋਗਦਾਨ ਪਾਇਆ। ਅਤੇ ਅੱਜ ਦਾ ਦਿਨ ਜਿਹੜਾ ਬੜਾ ਕਰਮਾਂ ਵਾਲਾ, ਜਿੱਥੇ ਉਹਨਾਂ ਨੇ ਆਪਣੇ ਬੂਟੇ ਲਾਉਣ ਦਾ ਆਪਣੇ ਸਿੰਘ ਸਾਹਿਬ ਉਹਨਾਂ ਨੇ ਆਪਣੇ ਸੇਵਾਦਾਰ ਭੇਜੇ ਆ ਅਤੇ ਉਹ ਇੱਥੇ ਬੂਟੇ ਲਗਾਉਣ ਵਾਸਤੇ ਇੱਥੇ ਆਰੰਭ ਕੀਤੀ ਹੈ। ਇਹਦੇ ਵਾਸਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਗ ਕਮੇਟੀ ਦੇ ਮੈਂਬਰ, ਸਾਡੇ ਹਲਕੇ ਦੇ ਇੰਚਾਰਜ ਅਮਰਪਾਲ ਸਿੰਘ ਜੀ ਬੋਨੀ, ਹੋਰ ਸਮੂਹ ਸੰਗਤਾਂ ਇੱਥੇ ਉਮਾ ਕੇ ਇੱਥੇ ਆਈਆਂ ਨੇ ਇਸ ਇਤਿਹਾਸਕ ਥਾਂ ਦੇ ਉੱਤੇ। ਮੈਂ ਸਮਝਦਾ ਵੀ ਇਹ ਥਾਂ ਜਿਹੜਾ ਵਾ ਬੜਾ ਗੁਰੂ ਕਾ ਬਾਗ ਜਿਹੜਾ ਹੈ ਇਹ ਇੱਕ ਐਸਾ ਨਮੂਨੇ ਦਾ ਬਣੂਗਾ ਵੀ ਲੋਕ ਜਿਹੜੇ ਸਾਡੇ ਛੋਟੇ ਬੱਚੇ ਨੇ ਉਹ ਵੀ ਸਮਝਣਗੇ ਵੀ ਵਾਕਿਆ ਹੀ ਇਹ ਗੁਰੂ ਕਾ ਬਾਗ ਦਾ ਨਾਂ ਹੀ ਇਸ ਵਾਸਤੇ ਗੁਰਦੁਆਰਾ ਸਾਹਿਬ ਦਾ ਰੱਖਿਆ, ਕਿਉਂਕਿ ਇੱਥੇ ਵਾਕਿਆ ਬਾਗ ਮੌਜੂਦ ਆ। ਸੋ ਇਸ ਵਾਸਤੇ ਬੜਾ ਵੱਡਾ ਉਪਰਾਲਾ। ਧੰਨਵਾਦ ਕਰਦੇ ਹਾਂ ਬਾਬਾ ਸੇਵਾ ਸਿੰਘ ਜੀ ਦਾ ਅਤੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਪਰਮਾਤਮਾ ਹੋਰ ਲੰਮੀ ਉਮਰ ਬਖਸ਼ੇ, ਸਿਹਤ ਬਖਸ਼ੇ ਤੋਂ ਇੱਦਾਂ ਸੇਵਾ ਕਰਦੇ ਰਹਿਣ। ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਇੱਥੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਜੀ ਬੋਨੀ, ਜੋ ਕਿ ਹਲਕਾ ਇੰਚਾਰਜ ਵੀ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਜੀ, ਅੱਜ ਜਿਹੜਾ ਤੁਹਾਡੇ ਹਲਕੇ ਦੇ ਵਿੱਚ ਬਾਬਾ ਸੇਵਾ ਸਿੰਘ ਜੀ ਵੱਲੋਂ ਆਣ ਕੇ ਇੱਕ 67ਵਾਂ ਜੰਗਲ ਲਾਇਆ ਜਾ ਰਿਹਾ ਵਾ, ਉਹ ਗੁਰੂ ਕਾ ਬਾਗ ਇਤਿਹਾਸਿਕ ਸੁਣਿਆ ਗਿਆ। ਤੁਹਾਡੇ ਅਜਨਾਲੇ ਨੂੰ ਬੜਾ ਵੱਡਾ ਹੰਗਾਰਾ ਮਿਲਣਾ ਇਸ ਚੀਜ਼ ਨਾਲ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਨਾਲੇ ਹਲਕੇ ਵਾਲੇ ਆਪਣਿਆਂ ਨੂੰ ਭਾਗਾਂ ਨਾਲ ਸਮਝਦੇ ਹਾਂ ਕਿ ਜਿਹੜਾ ਗੁਰੂ ਪੰਜਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੇ 9ਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਚਰਨ ਛੋਹ ਪ੍ਰਾਪਤ ਜਿਹੜਾ ਇਹ ਜੰਗਲ ਦੁਬਾਰਾ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਕੋਲ ਜਿਹੜੀ ਸੇਵਾ ਹੋ ਰਹੀ ਆ, ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਸਾਰਾ ਇਹ ਪ੍ਰਬੰਧ ਕੀਤੇ ਜਾ ਰਹੇ ਨੇ। ਮੈਂ ਸਮਝਾਂਗਾ ਕਿ ਬੜੇ ਉੱਚੇ ਭਾਗ ਨੇ ਗੁਰੂ ਦੀ ਸਤਿਗੁਰ ਦੀ ਸਾਡੇ 'ਤੇ ਕਿਰਪਾ ਆ ਕਿ ਸਾਨੂੰ ਵੀ ਇਹ ਸੇਵਾ ਕਰਨ ਦਾ ਮੌਕਾ, ਸਾਨੂੰ ਸਾਡੀ ਸਮੁੱਚੀ ਜਥੇਬੰਦੀ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਆ। ਅਤੇ ਮੈਂ ਆਸ ਰੱਖਦਾ ਕਿ ਜਿਹੜੇ ਵਾਤਾਵਰਨ ਪ੍ਰੇਮੀ ਆ, ਇਕੱਲਾ ਇੱਥੇ ਗੁਰੂ ਕੇ ਬਾਗ ਵੀ ਨਹੀਂ, ਜਿੱਥੇ ਵੀ ਕਿਸੇ ਕੋਈ ਥਾਂ ਆ, ਜ਼ਮੀਨ ਆ, ਰੁੱਖ ਕੁੱਖ, ਇਹਦਾ ਸੇਵਾ ਸੰਭਾਲ ਕਰਦੇ ਰਹਿਣਗੇ। ਕੀ ਮੰਗ ਕਰਦੇ ਹੋ ਤੁਸੀਂ ਸੰਤਾਂ ਮਹਾਂਪੁਰਸ਼ਾਂ ਕੋਲ, ਕਿਉਂਕਿ ਅੱਜ ਦੇ ਦਿਨ 'ਚ ਤੁਸੀਂ ਕੁਝ ਡਿਮਾਂਡ ਸੀਗੀਆਂ ਵੀ ਪਰਿਕਰਮਾ ਦੇ ਵਿੱਚ ਵੀ ਜਿਹੜੇ ਆ ਉਹ ਬੂਟੇ ਲਵਾਏ ਜਾਣ? ਅਸੀਂ ਸਾਰਿਆਂ ਨੇ, ਇਲਾਕੇ ਵਾਲਿਆਂ ਨੇ, ਸਾਡੇ SGPC ਮੈਂਬਰ ਸਾਹਿਬਾਨਾਂ ਨੇ, ਸਕੱਤਰ ਸਾਹਿਬ ਭੂਰਾ ਕੋਨਾ ਸਾਹਿਬ ਕੋਲ ਖਲੋਤੇ ਆ, ਨਾਲ ਬਾਬਾ ਜੀ ਦੇ ਮੁੱਖ ਸੇਵਾਦਾਰ ਵੀ ਆਏ ਨੇ ਬਾਬਾ ਸੇਵਾ ਸਿੰਘ ਦੇ, ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਨਾਂ ਗੁਰੂ ਕਾ ਬਾਗ ਆ, ਅਤੇ ਸਾਨੂੰ
ਜਿਹੜਾ ਦਰਬਾਰ ਸਾਡੇ ਅੰਦਰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਨੇ, ਸਰੋਵਰ ਦੀਆਂ ਪ੍ਰਕਰਮਾਂ ਨੇ, ਉੱਥੇ ਵੀ ਸਾਨੂੰ ਹਰਿਆਵਲੀ ਜਿਹਦਾ ਵਾਕਿਆ ਗੁਰੂ ਦੇ ਬਾਗ ਨੂੰ ਲੋਕ ਠੰਡੀਆਂ ਛਾਵਾਂ ਮਾਣ ਸਕਣ ਤੇ ਆਉਣ ਵਾਲੀ ਪੀੜ੍ਹੀ ਯਾਦ ਕਰ ਸਕੇ ਕਿ ਇਹ ਸੇਵਾ ਬਾਬਾ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਆ। ਅਸੀਂ ਇਹ ਬੇਨਤੀ ਕੀਤੀ ਆ ਤੇ ਮੈਨੂੰ ਪੂਰ ਆਸ ਆ ਕਿ ਸਾਡੀ ਬੇਨਤੀ ਇਹ ਪ੍ਰਵਾਨ ਹੋਵੇਗੀ। ਸਾਡੇ ਨਾਲ ਹੋਰ ਵੀ ਮੈਂਬਰ ਸਭਾਨ ਹੈਗੇ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ ਭਾਈ ਸਾਹਿਬ ਜੀ, ਅੱਜ ਇੱਕ ਅਜਨਾਲੇ ਤਹਿਸੀਲ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਕਿਉਂਕਿ ਜਿੱਥੇ ਗ੍ਰੀਨਰੀ ਦੀ ਗੱਲ ਕੀਤੀ ਜਾਂਦੀ ਆ, ਹਰਿਆਲੀ ਦੀ ਗੱਲ ਕੀਤੀ ਜਾਂਦੀ ਆ, ਤੇ ਬਾਬਾ ਜੀ ਨੇ ਇੱਕ ਬੜਾ ਵਧੀਆ ਕਦਮ ਚੁੱਕਿਆ ਜਿਹੜਾ ਅਜਨਾਲੇ ਨੂੰ ਚੁਣਿਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਦੀ ਬੜੀ ਮੁੱਖ ਲੋੜ ਹੈ। ਅੱਜ ਦੁਨੀਆ ਜਿਹੜੀ ਇਸ ਗੱਲ ਤੋਂ ਤਰਾਹ ਕਰ ਰਹੀ ਹੈ ਵੀ ਜਿਹੜੇ ਦਰਖਤ ਜਿਹੜੇ ਉਹ ਪੁੱਟੇ ਜਾ ਰਹੇ ਆ, ਉਹਨਾਂ ਦਾ ਨੁਕਸਾਨ ਹੋ ਰਿਹਾ। ਅਸੀਂ ਧੰਨਵਾਦੀ ਹਾਂ ਬਾਬਾ ਸੇਵਾ ਸਿੰਘ ਜੀ ਦੇ, ਕਾਰ ਸੇਵਾ ਵਾਲਿਆਂ ਦੇ, ਜਿਨ੍ਹਾਂ ਨੇ ਵੱਡਾ ਉਪਰਾਲਾ ਕਰਕੇ 67 ਜੰਗਲ ਅੱਗੇ ਲਾਏ ਆ ਤੇ ਇਹ 66 ਅੱਗੇ ਲਾਏ, 67ਵਾਂ ਜੰਗਲ ਅੱਜ ਸ਼ੁਰੂ ਕੀਤਾ ਹੈ। ਔਰ ਇਸੇ ਤਰ੍ਹਾਂ ਜੇ ਬਾਬਾ ਸੇਵਾ ਸਿੰਘ ਸੇਖ ਸਭਾ ਵਾਂਗ ਹੋਰ ਵੀ ਜਿਹੜੇ ਮਹਾਂਪੁਰਖ ਜੇ ਕਿਤੇ ਇਸ ਤਰ੍ਹਾਂ ਦਾ ਕੰਮ ਕਰਦੇ ਰਹੇ ਤੇ ਇਹ ਦੁਨੀਆ ਨੂੰ ਅਸੀਂ ਬਚਾ ਸਕਦੇ ਹਾਂ ਮਹਾਂਮਾਰੀ ਤੋਂ। ਸੋ ਅੱਜ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਤੇ ਬਾਬਾ ਜੀ ਨੇ ਇਹ ਕੰਮ ਸ਼ੁਰੂ ਕਰਕੇ ਇਸ ਹਲਕੇ ਦੀ, ਇਸ ਇਲਾਕੇ ਦੀ ਜਿਹੜੀ ਆ ਬਹੁਤ ਵੱਡੀ ਮੰਗ ਜਿਹੜੀ ਉਹ ਪੂਰੀ ਕੀਤੀ ਆ। ਉਹ ਇਹਦਾ ਨਾਮ ਹੀ ਗੁਰੂ ਕਾ ਬਾਗ ਆ ਤੇ ਅੱਗੇ ਵੀ ਇੱਥੇ ਕਾਫੀ ਬਾਗ ਸੀ, ਬਾਗ ਪੁੱਟਿਆ ਗਿਆ ਪੁਰਾਣਾ ਹੋਣ ਕਰਕੇ ਇਹਦਾ ਨਾਮਾ ਲੱਗਣਾ ਵੀ ਜ਼ਰੂਰੀ ਸੀ। ਸੋ ਮੈਂ ਧੰਨਵਾਦੀ ਹਾਂ ਬਾਬਾ ਸੇਵਾ ਸਿੰਘ ਜੀ ਹੋਣਾ ਦਾ, ਉਹਨਾਂ ਦੀ ਸਾਰੀ ਟੀਮ ਦਾ, ਇੱਥੇ ਆਈ ਸੰਗਤ ਦਾ, ਅਜਨਾਲਾ ਸਾਹਿਬ ਦਾ, MLA ਸਾਹਿਬ ਦਾ, ਆਪਣੇ ਸਕੱਤਰ ਸਾਹਿਬ ਦਾ, ਮੈਂਬਰ ਸਾਹਿਬਾਨਾਂ ਦਾ ਤੇ ਹੋਰ ਆਈ ਸੰਗਤ ਦਾ। ਇਸ ਗੱਲ ਲਈ ਉਹ ਸੰਗਤ ਨੇ ਆਣ ਕੇ ਬਾਬਾ ਜੀ ਦਾ ਜਿਹੜਾ ਉਤਸ਼ਾਹ ਹੋਰ ਵਧਾਇਆ। ਬਾਬਾ ਜੀ ਇਸ ਕੰਮ ਵਾਸਤੇ ਜ਼ਿਆਦਾ ਕੰਮ ਕਰਨਗੇ। ਸੋ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਇੱਥੇ ਹੋਰ ਵੀ ਮੈਂਬਰ ਸਭਾਨ ਆਏ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ ਭਾਈ ਸਾਹਿਬ ਜੀ, ਕੀ ਕਹਿਣਾ ਚਾਹੁੰਦੇ ਹੋ? ਅੱਜ ਬੜਾ ਵਧੀਆ ਉਪਰਾਲਾ ਜਿਹੜਾ ਕਿ ਤੁਸੀਂ ਦੇਖ ਰਹੇ, ਸਾਰੇ ਜਥੇਬੰਦੀਆਂ ਤੁਹਾਡੇ ਸਾਰੇ ਸਿੰਘ ਬੜੇ ਖੁਸ਼ ਨੇ ਇਸ ਚੀਜ਼ 'ਚ, ਸੰਗਤਾਂ ਵੀ ਬੜਾ ਖੁਸ਼ ਹੋਣਗੀਆਂ ਕਿ ਇੱਕ ਹਰਿਆਲੀ ਦਾ ਜਿਹੜਾ ਪ੍ਰੋਜੈਕਟ ਆ ਉਹ ਸਾਡੇ ਅਜਨਾਲੇ ਤੋਂ ਸ਼ੁਰੂ ਹੋ ਗਿਆ ਵਾ। ਅੱਜ ਸੰਤ ਸਾਹਿਬ ਜਿਹੜੇ ਆਏ ਨੇ ਉਹ ਅਜਨਾਲੇ ਤੋਂ ਸ਼ੁਰੂ ਕਰਨ ਲੱਗੇ ਨੇ। ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਸਾਡੇ ਬਹੁਤ ਸਤਿਕਾਰਯੋਗ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ, ਜਿਨ੍ਹਾਂ ਦੇ ਬਾਰੇ ਲੰਮੇ ਸਮੇਂ ਤੋਂ ਉਪਰਾਲੇ ਆ। ਅੱਜ ਦੀ ਜਿਹੜੀ ਇਨਵਾਇਰਮੈਂਟ ਜੋ ਸਾਡੀ ਇਹ ਮੰਗ ਹੈ ਇਨਵਾਇਰਮੈਂਟ ਦੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਹੋਰ ਵੀ ਉਹਨਾਂ ਸੜਕਾਂ ਦੇ, ਖਡੂਰ ਸਾਹਿਬ ਦੇ ਲਾਗੇ ਲੈ ਕੇ ਬਹੁਤ ਲੰਮੇ ਸਮੇਂ ਤੋਂ ਉਹਨਾਂ ਨੇ ਬੂਟਿਆਂ ਦੀ ਸੇਵਾ ਚਲਾਈ ਆ। ਉਸ ਸੇਵਾ ਦੇ ਤਹਿਤ ਹੀ ਜਿਹੜਾ ਇਹ ਇਤਿਹਾਸਕ ਸਾਡਾ ਇਹ ਗੁਰਦੁਆਰਾ ਗੁਰੂ ਕਾ ਬਾਗ, ਜਿੱਥੇ ਅਰਜਨ ਦੇ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਚਰਨ ਛੋਹ ਪ੍ਰਾਪਤ ਦੇ ਸਥਾਨ ਆ, ਜਿਹਦਾ ਨਾਮ ਹੀ ਇਤਿਹਾਸ ਦੇ ਵਿੱਚ ਗੁਰੂ ਕੇ ਬਾਗ ਕਰਕੇ ਜਾਣਿਆ ਜਾਂਦਾ। ਇੱਥੇ ਅੱਜ ਇਹ ਉਪਰਾਲਾ ਕਰਕੇ ਬਾਬਾ ਜੀ ਨੇ ਜਿਹੜੀ ਸੇਵਾ ਆਰੰਭ ਕੀਤੀ ਆ, ਸਰ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਪ੍ਰਧਾਨ ਸਾਹਿਬ ਦੇ ਉਪਰਾਲੇ ਦਾ ਸਦਕਾ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਉਪਰਾਲੇ ਦਾ ਸਦਕਾ, ਸਾਡੇ ਸਕੱਤਰ ਸਾਹਿਬ ਆਏ ਸਤਿਆ ਸਿੰਘ ਭੂਰਾ ਸਾਹਿਬ, ਸਾਡੇ ਸਾਹਿਬ ਭਿੱਟੇਵਾਰ ਸਾਹਿਬ ਮੈਂਬਰ ਸਾਹਿਬ, ਸਾਡੇ ਸਾਹਿਬ ਅਮਰੀਕ ਸਿੰਘ ਵਿਸ਼ਵਾਸ ਸਾਹਿਬ ਮੈਂਬਰ ਸਾਹਿਬ, ਸਾਡੇ ਅਮਰਬਾਬ ਬੋਨੀ ਸਾਹਿਬ, ਜਿਨ੍ਹਾਂ ਨੇ ਬਾਬਾ ਜੀ ਨੂੰ ਬੇਨਤੀ ਕਰਕੇ ਇਹ ਜਿਹੜਾ ਇਸ ਸੇਵਾ ਵਾਸਤੇ ਇੱਥੇ ਸਦਕੇ ਜਿਹੜਾ ਉਪਰਾਲਾ ਕਰਾਇਆ ਹੈ। ਜਿੱਥੇ ਇਹ ਉਪਰਾਲਾ ਕੀ ਕੀਤਾ, ਸਾਡੇ ਗੁਰਦੁਆਰਾ ਸ੍ਰੀ ਤਲਾਣੀ ਸਾਹਿਬ ਬਾਬਾ ਜੀ ਨੇ ਉੱਥੇ ਬਾਗ ਇੱਕ ਏਕੜ ਵਿੱਚ ਲਾਇਆ ਹੈ। ਇਹ ਤਾਂ ਜਿੰਨੇ ਵੀ ਧਾਰਮਿਕ ਸਥਾਨ ਹੈ ਗੁਰਦੁਆਰਾ ਸਾਹਿਬਾਨ ਦੇ ਜਗ੍ਹਾ ਨੇ, ਉੱਥੇ ਜਿਹੜੀਆਂ ਜਗ੍ਹਾ ਦੇ ਵਿੱਚ ਉਹਨਾਂ ਅੱਧਾ ਕਿੱਲਾ ਜਿਹੜਾ ਗੁਰਦੁਆਰਾ ਲਾ ਕੇ ਇਹ ਬਾਗ ਦੀ ਲਾਉਣ ਦੀ ਜਿਹੜੀ ਹੈ ਬੜੀ ਵੱਡੀ ਮੁਹਿੰਮ ਚਲਾਈ। ਇਹਦੇ ਵਿੱਚ ਹੁਣ 67ਵਾਂ ਇੱਥੇ ਜਿਹੜਾ ਇਹ ਬਾਗ ਜਿਹੜਾ ਲੱਗ ਰਿਹਾ ਹੈ, ਇਹ ਜੰਗਲ ਜਿਹੜਾ ਲੱਗ ਰਿਹਾ, ਤੇ ਸੋਇਆ ਵੀ ਸਮੇਂ ਦੀ ਲੋੜ ਆ ਤੇ ਬਹੁਤ ਵੱਡੀ ਇਹਨਾਂ ਦੀ ਇਹ ਸੇਵਾ। ਬਾਬਾ ਜੀ ਦੀ ਇਹਨੂੰ ਤੰਦਰੁਸਤੀ ਮਾਰ ਬਖਸ਼ਣ ਵੀ ਇਹ ਜਿਹੜੀਆਂ ਲੰਮੀਆਂ ਸੇਵਾਵਾਂ ਜਿਹੜੀਆਂ ਇੱਦਾਂ ਹੀ ਚੱਲਦੀਆਂ ਰਹਿਣ ਤੇ ਸੇਵਾ ਦਿੰਦੇ ਰਹਿਣ। ਇੱਥੇ ਆਈਆਂ ਸੰਗਤਾਂ ਦਾ, ਬਾਬਾ ਜੀ ਦੇ ਜਿਹੜੇ ਇੱਥੇ ਮਹਾਂਪੁਰਸ਼ ਆਏ ਨੇ ਉਹਨਾਂ ਦਾ, ਹੋਰ ਸਾਰੇ ਸਮੁੱਚੇ ਇਲਾਕੇ ਤੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਤੇ ਬਾਬਾ ਜੀ ਨੂੰ ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਰ ਉਹਨਾਂ ਨੂੰ ਉਪਰਾਲੇ ਬਖਸ਼ਣ ਤੇ ਜਿਹੜੀ ਸੇਵਾ ਇੱਦਾਂ ਚੱਲਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਾਡੇ ਨਾਲ ਹੋਰ ਵੀ ਮੈਂਬਰ ਸਭਾਨ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਈ ਸਾਹਿਬ ਜੀ, ਅੱਜ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਕਿ ਅੱਜ ਤੁਹਾਡੇ ਅਜਨਾਲਾ ਸ਼ਹਿਰ ਨੂੰ ਜਿਹੜਾ ਵਾ ਇੱਕ ਬੜਾ ਵੱਡਾ ਜਿਹੜਾ ਵਾ ਇਹ ਗ੍ਰੀਨਰੀ ਦਾ ਇੱਕ ਤੋਹਫਾ ਮਿਲ ਰਿਹਾ ਜੀ? ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ 'ਚ ਕਿਹਾ ਹੈ, ਪਵਨ ਪਾਣੀ ਤੇ ਧਰਤੀ ਉਹ ਤਾਂ ਹੀ ਸ਼ੁੱਧ ਰਹਿ ਸਕਦੀ ਹੈ ਜੇ ਇਹਦੇ 'ਤੇ ਚੰਗੇ ਬਾਗ, ਚੰਗੇ ਜੰਗਲ ਲਾਏ ਜਾਣ। ਤੇ ਪਿਛਲੇ ਕੁਝ ਸਮੇਂ ਤੋਂ ਸਾਡੇ ਲੋਕਾਂ ਨੇ ਪੈਦਾਵਾਰ ਵੱਧ ਲੈਣ ਦੀ ਖਾਤਰ ਰੁੱਖਾਂ ਨੂੰ ਵੱਢਿਆ ਸੀ। ਪਦਮ ਸ਼੍ਰੀ ਵਾਤਾਵਰਣ ਪ੍ਰੇਮੀ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਜਿੱਥੇ ਗੁਰਧਾਮਾਂ ਦੀ ਸੇਵਾ ਕੀਤੀ, ਉੱਥੇ ਉਹਨਾਂ ਨੇ ਜਗ੍ਹਾ ਜਗ੍ਹਾ ਬਾਗ ਲਾ ਕੇ, ਜਗ੍ਹਾ ਜਗ੍ਹਾ 'ਤੇ ਜੰਗਲ ਲਾ ਕੇ ਅੱਜ ਉਹਨਾਂ ਨੇ 67ਵਾਂ ਜੰਗਲ ਜਿਹੜਾ ਹੈ ਉਹ ਇਸ ਇਤਿਹਾਸਕ ਸਥਾਨ ਜਿੱਥੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰੂ ਕਾ ਬਾਗ, ਉੱਥੇ ਅੱਜ ਸ਼ੁਰੂਆਤ ਕੀਤੀ ਹੈ। ਮੈਂ ਸਮਝਦਾ ਬਹੁਤ ਵੱਡਾ ਉਪਰਾਲਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਦੀ ਅਗਵਾਈ 'ਚ ਇਹਨਾਂ ਨੂੰ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ ਜਾ ਰਿਹਾ। ਸਾਡੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਵਿੱਚ
ਬਾਬਾ ਜੀ ਨੇ ਬਾਗ ਅੱਗੇ ਲਾਏ ਨੇ। ਤੇ ਹੁਣ ਵੀ ਜਿਵੇਂ ਅੱਜ ਸਾਡੇ ਸਾਬਕਾ ਐਮਐਲਏ ਕੋਨੀ ਅਮਰਪਾਲ ਸਿੰਘ ਜੀ ਨੇ ਕਿਹਾ ਹੈ ਪਰਿਕਰਮਾ ਵਿੱਚ ਬੂਟੇ ਲਾਉਣ ਲਈ, ਅਸੀਂ ਤਰਨਤਾਰਨ ਸਾਹਿਬ ਵੀ ਬੂਟੇ ਲਾਏ ਨੇ, ਮੁਕਤਸਰ ਸਾਹਿਬ ਵੀ ਪਰਿਕਰਮਾ 'ਚ ਬੂਟੇ ਲਾਏ ਆ। ਤੇ ਬਾਬਾ ਜੀ ਨੂੰ ਸਾਨੂੰ ਆਸ ਆ ਵੀ ਉਹ ਇਹ ਸਾਡੀ ਸਾਰਿਆਂ ਦੀ ਮੰਗ ਪੂਰੀ ਕਰਨਗੇ, ਇੱਥੇ ਵੀ ਸ਼ੁਰੂ ਕਰਨਗੇ। ਅੱਜ ਦੇ ਇਸ ਬਹੁਤ ਹੀ ਇਤਿਹਾਸਕ ਮੌਕੇ ਤੇ ਜਿੱਥੇ ਗੁਰੂ ਕਾ ਬਾਗ ਦੇ ਨਾਲ ਜੰਗਲ ਲੱਗ ਰਿਹਾ, ਉਹਦੇ ਤੇ ਆਏ ਸਾਡੇ ਮੈਂਬਰ ਸਾਹਿਬਾਨ ਸਰਦਾਰ ਅਮਰੀਕ ਸਿੰਘ ਜੀ ਵਿਸ਼ੋਆ, ਸਰਦਾਰ ਸੁਰਜੀਤ ਸਿੰਘ ਜੀ ਪਿੱਟੇਵੱਡ, ਮਗਵਿੰਦਰ ਸਿੰਘ ਜੀ ਖਾਪੜਖੇੜੀ ਤੇ ਹੋਰ ਸਾਡੇ ਜਿਹੜੇ ਪਤਵੰਤੇ ਆਏ ਨੇ, ਸਾਰਿਆਂ ਦਾ ਧੰਨਵਾਦ। ਤੇ ਇੱਕ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਵੀ ਬਾਬਾ ਜੀ ਜਿੱਥੇ ਇੱਥੇ ਪੰਚਾਇਤ ਦੀ ਜ਼ਮੀਨ ਵੀ ਹੋਵੇ ਜਾਂ ਕੋਈ ਆਪਣੀ ਜ਼ਮੀਨ ਕਨਾਲ 2 ਕਨਾਲਾਂ ਦੇਣੀ ਚਾਹੁੰਦਾ ਹੋਵੇ, ਉੱਥੇ ਵੀ ਜੰਗਲ ਲਾਉਣ ਨੂੰ ਤਿਆਰ ਨੇ, ਕਿਉਂਕਿ ਉਹਨਾਂ ਨੇ 550 ਜੰਗਲ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਤਾਬਦੀ ਦੇ ਸੰਬੰਧ ਵਿੱਚ ਲਾਉਣ ਦਾ ਜਿਹੜਾ ਟੀਚਾ ਰੱਖਿਆ, ਉਹ ਛੇਤੀ ਉਹਨਾਂ ਨੇ ਪੂਰਾ ਕਰ ਲੈਣਾ। ਤੇ ਜੇ ਵੀ ਕੋਈ ਪੰਚਾਇਤ ਦੀ ਜ਼ਮੀਨ ਵੀ ਕੋਈ ਕਿੱਲਾ ਅੱਧਾ ਕਿੱਲਾ ਬਾਬਾ ਜੀ ਨੂੰ ਦੇਣੀ ਚਾਹੁੰਦਾ ਹੋਵੇ, ਤੇ ਸ਼ਾਇਦ ਬਾਬਾ ਜੀ ਉੱਥੇ ਵੀ ਉਹ ਜੰਗਲ ਲਾਉਣ ਨੂੰ ਤਿਆਰ ਨੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਗੱਲ ਕਰੀਏ ਪਦਮ ਸ਼੍ਰੀ ਬਾਬਾ ਜੀ ਦੀ, ਤੇ ਉਹਨਾਂ ਵੱਲੋਂ ਅੱਜ ਜਿਹੜੇ ਨੇ ਸੇਵਾਦਾਰ ਭੇਜੇ ਗਏ ਨੇ, ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੀ ਸਰਪ੍ਰਸਤੀ ਹੈ ਜਿਹੜਾ ਇਹ ਅੱਜ ਸੇਵਾ ਕਰਵਾਈ ਜਾ ਰਹੀ ਹੈ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਸਥਾਨ ਧਰਤੀ ਤੇ ਗੁਰੂ ਕਾ ਬਾਗ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪਵਿੱਤਰ ਧਰਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਪਰਦਾਇਕਾਰ ਸੇਵਾ ਖਡੂਰ ਸਾਹਿਬ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਜੋ ਜੰਗਲਾਂ ਦੀ ਮੁਹਿੰਮ ਸੀ, ਉਸ ਦੇ ਤਹਿਤ ਇਹ 67ਵਾਂ ਜੰਗਲ ਜਿਹੜਾ ਹੈ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਲੱਗ ਰਿਹਾ ਹੈ। ਸੋ ਸਾਨੂੰ ਲੋੜ ਹੈ ਅੱਜ ਧਰਤੀ ਤੇ ਮਨੁੱਖਤਾ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਤੇ ਜੀਵ ਜੰਤੂਆਂ ਦੇ ਭਲੇ ਲਈ ਧਰਤੀ ਦੇ ਉੱਤੇ ਹਰਾ ਗਹਿਣਾ ਪਾਉਣ ਵਾਸਤੇ, ਕਿਉਂਕਿ ਸਾਡੀ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਸਾਨੂੰ 33% ਜੰਗਲਾਂ ਦੀ ਲੋੜ ਹੈ। ਪਰ ਸਮੇਂ ਨੇ ਸਾਨੂੰ ਵਿਕਾਸਸ਼ੀਲ ਦੇ ਸੂਚੀ ਦੇ ਵਿੱਚ ਪਾਉਣ ਲਈ ਜਾਂ ਅਸੀਂ ਵੱਡੇ ਪੱਧਰ ਤੇ ਗਾਂਹ ਵਧੂ ਨੀਤੀਆਂ ਦੇ ਕਾਰਨ ਸਾਡੇ ਜੰਗਲਾਂ ਦੀ ਕਟਾਈ ਹੋਊਗੀ, ਜਿਹੜੀ ਕਿ ਅਗਰ ਅਸੀਂ ਕਾਊਂਟਿੰਗ ਕਰੀਏ ਤੇ ਸਿਰਫ 3% ਬਣਦੀ ਆ, ਤੇ ਜਿਹੜੀ ਸਾਨੂੰ ਚਾਹੀਦੀ 33% ਹੈ। ਸੋ ਜਿਹੜੀਆਂ ਵੱਧ ਰਹੀਆਂ ਬਿਮਾਰੀਆਂ, ਹੋਰ ਕਈ ਪ੍ਰਕਾਰ ਦੇ ਜਿਹੜੇ ਧਰਤੀ ਤੇ ਸੰਤੁਲਨ ਜਿਹੜਾ ਵਿਗੜ ਰਿਹਾ ਹੈ ਕੁਦਰਤ ਦਾ, ਉਹ ਇਸ ਕਰਕੇ ਸਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਲਿਹਾਰੀ ਕੁਦਰਤ ਵਸਿਆ ਤੇ ਸਾਹਿਬ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਉਪਦੇਸ਼ਾਂ ਤੇ ਖੜੇ ਹੋ ਕੇ ਪਹਿਰਾ ਦੇਣਾ ਪਊਗਾ। ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਅਗਰ ਜਿਉਣਾ ਹੈ ਤੇ ਧਰਤੀ ਤੇ ਸਾਨੂੰ ਵੱਧ ਤੋਂ ਵੱਧ ਦਰਖਤ ਲਗਾ ਕਰਕੇ ਇਹ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣਾ ਪਊਗਾ। ਸੋ ਮੈਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਸੰਪਰਦਾ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਕਿ ਕਿਸੇ ਕੋਲੇ ਵੀ ਨਿੱਜੀ ਜ਼ਮੀਨ ਜਾਂ ਪੰਚਾਇਤੀ ਜ਼ਮੀਨ ਜਾਂ ਕੋਈ ਵੀ ਇਸ ਤਰ੍ਹਾਂ ਦੀ ਖਾਲੀ ਥਾਂ ਪਈ ਹੋਵੇ ਤੇ ਉੱਥੇ ਆਪਾਂ ਸਾਰੇ ਰਲ ਮਿਲ ਕੇ ਉਪਰਾਲਾ ਕਰੀਏ ਤੇ ਆਉਣ ਵਾਲੇ ਸਮੇਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਹ ਰੋਗ ਤੰਦਰੁਸਤ ਰੱਖ ਸਕੀਏ। ਖਾਲਸਾ ਜੀ, ਗੱਲ ਕੀਤੀ ਜਾਵੇ ਤੇ ਇੱਥੇ ਹੁਣ ਟੋਟਲ ਕਿੰਨੇ ਪੌਦੇ ਲਾਏ ਜਾ ਰਹੇ ਆ? ਇਹ ਜੀ ਹਰ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਏਕੜ ਜਿਹੜੀ ਜਗ੍ਹਾ ਛੱਡੀ ਗਈ ਆ। ਕਿਸੇ ਕਾਰਨਵਸ਼ ਇਹ 1 ਏਕੜ ਤੋਂ ਥੋੜੀ ਜਗ੍ਹਾ ਘੱਟ ਨੇ, ਉਸ ਦੇ ਵਿੱਚ ਫਸਲ ਹੈ। ਅੱਜ ਦੇ ਪੜਾਅ ਦੇ ਵਿੱਚ ਇਹ 1000 ਬੂਟਾ ਜਿਹੜਾ ਅੱਜ ਲੱਗ ਰਿਹਾ, 500 ਜਿਹੜਾ ਬੈਲੈਂਸ ਉਹ ਫਰਵਰੀ ਦੇ ਵਿੱਚ ਲਾ ਕੇ ਇਹ 1 ਏਕੜ ਦੇ ਵਿੱਚ 1500 ਬੂਟਾ ਜਿਹੜਾ ਲਾਇਆ ਜਾਊਗਾ। ਉਹਦੇ ਵਿੱਚ 50 ਕਿਸਮਾਂ ਨੇ ਤੇ ਉਹਦੇ ਵਿੱਚ ਫਲਦਾਰ, ਫੁੱਲਦਾਰ ਤੇ ਖੁਸ਼ਬੂਦਾਰ ਤੇ ਸ਼ਾਨਦਾਰ ਜਿਹੜੇ ਬੂਟੇ ਲਾਏ ਜਾਂਦੇ ਆ, ਤਾਂ ਕਿ ਜਿਹੜੀਆਂ ਪੰਛੀ ਜਿਹੜੇ ਅਲੋਪ ਹੋ ਰਹੇ ਆ ਉਹ ਵੀ ਇੱਥੇ ਆਉਣ। ਦੂਸਰਾ, ਜਿਹੜੀਆਂ ਸਾਡੇ ਪੁਰਾਤਨ ਬਜ਼ੁਰਗ ਸਾਡੇ ਜਿਹੜੀਆਂ ਚੀਜ਼ਾਂ ਵਰਤਦੇ ਸੀ, ਹਰੜ, ਬਹੇੜਾ, ਆਮਲਾ, ਤ੍ਰਿਫਲਾ ਵਰਗੀਆਂ ਚੀਜ਼ਾਂ, ਤਰਵੈਣੀ ਵਰਗੀਆਂ ਚੀਜ਼ਾਂ, ਮੈਡੀਸਨ ਪਲਾਂਟ, ਜਿਹਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਬੂਟੀਆਂ ਹੈ ਨੇ, ਔਰ ਕੁਦਰਤੀ ਜੋ ਸਾਡੇ ਦਵਾਈਆਂ ਵਿੱਚ ਆਉਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਲਾ ਰਹੇ ਆ। ਇਸ ਜੰਗਲ ਦੇ ਵਿੱਚ ਇਹ 1 ਏਕੜ ਦੇ ਵਿੱਚ ਜਿਹੜਾ ਉਹ ਇੱਕ ਟਰੀ ਜਿਹੜਾ ਅਸੀਂ ਇੱਕ ਬੂਟਾ ਜਿਹੜਾ ਉਹ ਵਾਈਟ ਚੰਦਨ ਦਾ ਵੀ ਲਾ ਰਹੇ ਆ, ਤਾਂ ਕਿ ਹਰ ਪੰਜਾਬ ਦੀ ਧਰਤੀ ਤੇ ਹਰ ਚੀਜ਼ ਹੋ ਸਕਦੀ ਹੈ। ਜੋ ਸਾਡੇ ਸਰੀਰਕ ਤੌਰ ਤੇ ਕੰਮ ਆਉਣ ਵਾਲੀਆਂ ਚੀਜ਼ਾਂ ਉਹ ਅਸੀਂ ਵੱਧ ਤੋਂ ਵੱਧ ਆਪਣੇ ਘਰਾਂ ਵਿੱਚ ਵੀ ਤੇ ਹਰ ਜਗ੍ਹਾ ਲਾਈਏ, ਤਾਂ ਕਿ ਅਸੀਂ ਤੰਦਰੁਸਤ ਰਹਿ ਸਕੀਏ। ਜੇ ਖਾਲਸੇ ਗੱਲ ਕਰੀਏ ਤੇ ਕੁਝ ਡਿਮਾਂਡ ਕਰ ਰਹੇ ਨੇ ਕਿ ਪਰਿਕਰਮਾ ਦੇ ਵਿੱਚ ਵੀ ਜਿਹੜੇ ਆ ਉਹ ਬੂਟੇ ਚੰਦਨ ਦੇ ਅਤੇ ਹੋਰ ਜਿਹੜੇ ਵਧੀਆ ਫੁੱਲਦਾਰ ਬੂਟੇ ਲਾਏ ਜਾਣ, ਉਹਨਾਂ ਬਾਰੇ ਕੀ ਪਲਾਨ? ਸਮੇਂ-ਸਮੇਂ ਸਿਰ ਜਦੋਂ ਵੀ ਸੰਗਤਾਂ ਦੀਆਂ ਬੇਨਤੀਆਂ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਦੇ ਕੋਲ ਪਹੁੰਚੀਆਂ ਤੇ ਉਹਨਾਂ ਨੂੰ ਅਸੀਂ ਯਤਨ ਕੀਤਾ 100% ਵੀ ਉਹ ਸੰਗਤਾਂ ਦੀ ਬੇਨਤੀ ਨੂੰ ਕਬੂਲ ਕਰਦਿਆਂ ਹੋਇਆ ਉੱਥੇ ਉਸ ਪ੍ਰੋਜੈਕਟ ਨੂੰ ਸ਼ੁਰੂ ਕਰੀਏ। ਕੋਸ਼ਿਸ਼ ਸਾਡੀ ਇਹ ਰਹਿੰਦੀ ਹੈ ਕਿ ਅਸੀਂ ਉਹੀ ਪ੍ਰੋਜੈਕਟ ਸ਼ੁਰੂ ਕਰਦੇ ਹਾਂ ਜਿਹਨੂੰ ਮੁਕੰਮਲ ਤੌਰ ਤੇ ਧਰਾਤਲ ਤੇ ਲਿਆਂਦਾ ਜਾਵੇ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼੍ਰੀ ਤਰਨਤਾਰਨ ਸਾਹਿਬ, ਸ਼੍ਰੀ ਮੁਕਤਸਰ ਸਾਹਿਬ ਵਿਖੇ ਅਸੀਂ ਪਲਾਂਟੇਸ਼ਨ ਕੀਤੀ ਹੈ ਸਰੋਵਰਾਂ ਤੇ। ਸੋ ਸਾਨੂੰ ਖੁਸ਼ੀ ਹੋਊਗੀ ਕਿ ਬਾਬਾ ਜੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਪਾਵਨ ਪਵਿੱਤਰ ਸਥਾਨ ਦੀ ਪਰਿਕਰਮਾ ਤੇ ਵੀ ਬੂਟੇ ਲਾਏ ਜਾਣ। ਸਾਨੂੰ ਖੁਸ਼ੀ ਹੈ ਕਿ ਸਾਨੂੰ ਇਹ ਸੇਵਾ ਮਿਲੇ ਤੇ ਅਸੀਂ ਗਾਂ ਇਸ ਤੇ ਵਿਚਾਰ ਕਰਕੇ ਜਲਦੀ ਸ਼ੁਰੂ ਕਰਨ ਦੀ ਕੋਸ਼ਿਸ਼ ਬਾਬਾ ਜੀ ਦੇ ਨਾਲ ਬੇਨਤੀ ਕਰਕੇ ਕਰਾਂਗੇ। ਹਾਂਜੀ ਭਾਈ ਸਾਹਿਬ ਜੀ, ਅੱਜ ਇੱਥੇ ਜਿਹੜੇ ਬੂਟੇ ਲਗਾਏ ਜਾ ਰਹੇ ਆ, ਭਾਈ ਸਾਹਿਬ ਵੇਖੋ ਆਏ ਨੇ ਅੱਜ ਤੇ ਸੰਤਾਵਾਂ ਪੁਰਛਾਲੋ ਜਿਹੜੇ ਪਦਮ ਸ਼੍ਰੀ ਅਵਾਰਡ ਉਹਨਾਂ ਵੱਲੋਂ ਬੜਾ ਸਹਿਯੋਗ ਦਿੱਤਾ ਗਿਆ ਜਿਹੜਾ ਇਸ ਜੰਗਲ ਲਾਉਣ ਦਾ 67ਵਾਂ ਜੰਗਲ ਲਾਉਣਾ ਸ਼ੁਰੂ ਕਰ ਦਿੱਤਾ ਗਿਆ। ਕੀ ਕਹਿਣਾ ਚਾਹੁੰਦੇ ਹੋ? ਅਸੀਂ ਅੱਜ ਬਹੁਤ ਹੀ ਵਡਭਾਗੀ ਹਾਂ। ਸਾਡੀ
ਬੇਨਤੀ ਬਾਬਾ ਜੀ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਸਾਡੀ ਪ੍ਰਵਾਨ ਕੀਤੀ। ਅਸੀਂ ਉੱਥੇ ਜਾ ਕੇ ਰਿਕੁਐਸਟ ਕਰਕੇ ਆਏ ਵੀ ਬਾਬਾ ਜੀ ਸਾਡੇ ਉੱਥੇ ਜ਼ਮੀਨ ਤਿਆਰ ਹੈ ਤੇ ਸਾਡੇ ਵੀ ਉੱਥੇ ਬੁੱਲ ਬੂਟੇ ਲਾਏ ਜਾਣ, ਤੇ ਉਹਨਾਂ ਸਾਡੀ ਬੇਨਤੀ ਸੁਣ ਕੇ ਅੱਜ ਬਹੁਤ ਹੀ ਸਾਡਾ ਮਨ ਖੁਸ਼ ਹੋਇਆ ਵੀ ਜਿਹੜਾ ਸਾਡੇ ਇੱਥੇ ਬੂਟੇ ਲਾਏ ਨੇ, ਤੇ ਜਿਹੜਾ ਹੋਰ ਵੀ ਅਸੀਂ ਜਗ੍ਹਾ ਇੱਥੇ ਬਹੁਤ ਜਗ੍ਹਾ ਗੁਰੂ ਕਾ ਬਾਗ ਦੀ ਆ, ਹੋਰ ਵੀ ਵੱਧ ਤੋਂ ਵੱਧ ਇੱਥੇ ਜੰਗਲ ਲਾਏ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੁਸੀਂ ਵੇਖ ਰਹੇ ਹੋ ਕਿ ਸੰਗਤਾਂ ਦੇ ਸਹਿਯੋਗ ਨਾਲ ਅਤੇ ਬਾਬਾ ਜੀ ਵੱਲੋਂ ਬੜੇ ਸਹਿਯੋਗ ਨਾਲ ਜਿਹੜੇ ਆ ਅੱਜ ਉਹ ਬੂਟੇ ਲਾਉਣ ਦਾ ਜਿਹੜਾ ਕੰਮ ਚੱਲ ਰਿਹਾ ਸੀਗਾ, ਉਸ ਦੇ ਚੱਲਦਿਆਂ ਹੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਿ ਬੜੇ ਵਧੀਆ ਤਰੀਕੇ ਨਾਲ ਜਿਹੜੇ ਆ ਸੰਗਤਾਂ ਦੇ ਸਹਿਯੋਗ ਨਾਲ ਜਿਹੜੇ ਆ ਅੱਜ ਉਹ ਬੂਟੇ ਲਾਉਣ ਦਾ ਜਿਹੜਾ ਕਾਰਜ ਉਹ ਚੱਲ ਰਿਹਾ ਵਾ, ਤੁਹਾਨੂੰ ਵਿਖਾ ਰਹੇ ਹਾਂ ਅਸੀਂ। ਤੇ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਚਾਹੀਦਾ ਕਿ ਇਦਾਂ ਹੀ ਸੰਤਾਂ ਮਹਾਂਪੁਰਸ਼ਾਂ ਦਾ ਸਹਿਯੋਗ ਦੇ ਕੇ, ਕਿਉਂਕਿ ਗ੍ਰੀਨਰੀ ਨੂੰ ਔਨ ਕੀਤਾ ਜਾਵੇ, ਅਤੇ ਕਿਉਂਕਿ ਜਿਹੜੀ ਮਨੁੱਖਤਾ ਦੇ ਵਿੱਚ ਇਸ ਵੇਲੇ ਗਰਮੀ ਅਤੇ ਪੋਲਿਊਸ਼ਨ ਫੈਲ ਰਿਹਾ ਆ ਉਹ ਇਸ ਪੌਦੇਬਾਰੀ ਨਾਲ ਅਤੇ ਇਹ ਬੂਟੇ ਲਗਾਉਣ ਨਾਲ ਦੂਰ ਹੋਊਗਾ। ਤੇ ਸਾਰਿਆਂ ਨੂੰ ਰਲ ਮਿਲ ਕੇ ਚਾਹੀਦਾ ਕਿ ਸਾਰੇ ਹੀ ਇਸ ਚੀਜ਼ ਦਾ ਆਪਣੇ ਗਲੀ ਮੁਹੱਲੇ ਅਤੇ ਪਿੰਡਾਂ ਵਿੱਚ ਸਹਿਯੋਗ ਦੇਣ, ਸੰਤਾਂ ਮਹਾਂਪੁਰਸ਼ਾਂ ਦਾ, ਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਜਿਹੜੀ ਆ ਗਰਮੀ ਅਤੇ ਇਹੋ ਜਿਹੀ ਬਿਮਾਰੀ ਵਾਲੀਆਂ ਜਿਹੜੀਆਂ ਰੋਕਥਾਵਾਂ ਨੇ ਉਹ ਤੋਂ ਬਚ ਸਕਿਆ ਜਾਵੇ ਅਤੇ ਆਪਣੇ ਆਪ ਨੂੰ ਜਿਹੜਾ ਵਾ ਗ੍ਰੀਨਰੀ ਦੇ ਵਿੱਚ ਰੌਣਕ ਕੀਤਾ ਜਾਵੇ। ਤੁਸੀਂ ਜੁੜੇ ਰਹੋ ਇਦਾਂ ਹੀ ਪ੍ਰਾਈਮ ਮੁੱਦੇ ਦੇ ਨਾਲ। ਜਗਜੀਤ ਸਿੰਘ ਦੀ ਰਿਪੋਰਟ ਅਜਨਾਲਾ ਤੋਂ।